ਸਾਇੰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀ ਗਿੱਲ। ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਆਪਣਾ ਸ਼ੌਂਕ ਪੂਰਾ ਕਰਨ ਦੇ ਲਈ ਕਈ ਇਹੋ ਜਿਹੇ ਮਕਾਮ ਤੱਕ ਪਹੁੰਚ ਜਾਂਦੇ ਨੇ ਕਿ ਉਹਨਾਂ ਦਾ ਉਹੀ ਸ਼ੌਂਕ ਉਹਨਾਂ ਦੀ ਪਹਿਚਾਣ ਬਣਾ ਦਿੰਦਾ ਹੈ। ਸੋ ਅਸੀਂ ਖੜੇ ਹਾਂ ਜਲੰਧਰ ਦੇ ਭਗਵਾਨ ਵਾਲਮੀਕੀ ਚੌਂਕ ਦੇ ਬਿਲਕੁਲ ਨੇੜੇ, ਜਿੱਥੇ ਕਿ ਰੋਇਲ ਢਾਬਾ ਹੈ। ਰੋਇਲ ਢਾਬੇ ਦੇ ਬਿਲਕੁਲ ਓਪੋਜ਼ਿਟ ਇੱਕ ਸ਼ਖਸ ਹੈ ਜੋ ਕਿ ਪੁਰਾਣੇ ਮੁਗਲਾਂ ਦੇ ਸਮੇਂ ਦੀਆਂ ਅਸ਼ਰਫੀਆਂ ਨੂੰ ਸਾਂਭੀ ਬੈਠਾ ਹੈ ਕਿ ਭਾਰਤ ਦੀ ਗੁਆਚ ਰਹੀ ਧਰੋਹਰ ਨੂੰ ਉਹ ਸਾਂਭੀ ਬੈਠਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਲੈ ਕੇ ਅੰਗਰੇਜ਼ ਅਤੇ ਬ੍ਰਿਟਿਸ਼ ਰਾਜ ਦੀਆਂ ਪੁਰਾਣੀਆਂ ਅਸ਼ਰਫੀਆਂ ਸਾਂਭੀ ਬੈਠਾ ਹੈ। ਅਸੀਂ ਉਹਨਾਂ ਗੱਲਬਾਤ ਕਰਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਕਿ ਉਹਦੇ ਕੋਲ ਪੁਰਾਣੀਆਂ ਅਸ਼ਰਫੀਆਂ ਹੋਰ ਵੀ ਐਂਟੀਕ ਚੀਜ਼ਾਂ ਜੋ ਕਿ ਸਾਂਭੀ ਬੈਠਾ। ਉਹਨਾਂ ਗੱਲਬਾਤ ਕਰਦੇ ਹਾਂ ਕਿ ਕਿੰਨੇ ਚਿਰਾਂ ਤੋਂ ਕੰਮ ਕਰਦੇ ਆ। ਉਹਨਾਂ ਦਾ ਨਾਮ ਬਲਰਾਮ ਬਾਬਾ ਹੈ। ਕੀ ਕਹਿਣਾ ਚਾਹੁੰਦੇ ਹੋ ਬਲਰਾਮ ਬਾਬਾ ਜੀ ਕਿ ਤੁਸੀਂ ਕਿੰਨੇ ਚਿਰਾਂ ਤੋਂ ਇਹ ਕੰਮ ਕਰ ਰਹੇ ਹੋ ਤੇ ਤੁਹਾਡੇ ਕੋਲ ਕਿੰਨੀਆਂ ਪੁਰਾਣੀਆਂ ਅਸ਼ਰਫੀਆਂ ਪਈਆਂ ਹੋਈਆਂ ਨੇ? ਸਰ ਮੇਰੇ ਫਾਦਰ ਸਾਹਿਬ ਨੂੰ ਘੱਟੋ ਘੱਟ 30-35 ਸਾਲ ਹੋ ਗਏ ਜੀ ਇੱਥੇ ਕੰਮ ਕਰਦੇ। ਤਾਂ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ, ਉਸ ਤੋਂ ਬਾਅਦ ਮੈਂ ਹੀ ਕੰਮ ਸਾਂਭਦਾ ਜੀ। ਮੇਰੇ ਕੋਲ ਬ੍ਰਿਟਿਸ਼ ਵੇਅਰ ਦੀਆਂ ਸਾਰੀਆਂ ਹੈਗੀਆਂ। ਮੇਰੇ ਕੋਲ ਅਕਬਰ ਦੇ ਟਾਈਮ ਦੀਆਂ ਸ਼ਰਫੀਆਂ ਜੀ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀਆਂ ਸ਼ਰਫੀਆਂ ਚਾਂਦੀ ਦੀਆਂ। 1947 'ਚ ਜਦੋਂ ਆਪਣਾ ਇੰਡੀਆ ਆਜ਼ਾਦ ਹੋਇਆ ਸੀ ਉਦੋਂ ਦੇ ਕੁਆਇਨ ਹੈ। 1 ਰੁਪਏ ਉਦੋਂ ਚੱਲਦਾ ਸੀਗਾ ਜੀ। ਆਪਣੇ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਕੁਆਇਨ ਹੈ ਜੀ। ਇੱਕ ਤਰਫ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਬਣੀ ਹੈ ਸਨ 1804, ਦੂਸਰੇ ਪਾਸੇ ਗੁਰੂ ਨਾਨਕ ਦੇਵ ਜੀ ਨਾਲ ਬਾਲਾ ਮਰਦਾਨਾ। ਆਪਣੇ ਕੋਲ ਹੋਰ ਬਹੁਤ ਮੁਗਲ ਅੰਪਾਇਰ ਦੇ ਹੈ ਜੀ। ਹਿਟਲਰ ਦਾ ਕੁਆਇਨ ਹੈ। ਇਹ ਟੀਪੂ ਸੁਲਤਾਨ ਦਾ ਕੁਆਇਨ ਹੈ ਜੀ 1616 ਦਾ। ਇਹ ਅਕਬਰ ਦੇ ਟਾਈਮ ਦੀਆਂ ਸ਼ਰਫੀਆਂ। ਇਹ ਤਾਂਬੇ ਦੇ ਪੈਸੇ ਹੈ ਜੀ, 1 ਪੈਸਾ, ਕੁਆਟਰ ਆਨਾ। ਇਹ ਸ਼ਰਫੀਆਂ ਹੈ ਜੀ, ਇਹ ਵੀ ਸ਼ਰਫੀਆਂ ਹੈ। ਇਹ ਵੀ ਸ਼ਰਫੀਆਂ ਹੈ ਜੀ। ਇਹ 10 ਪੈਸਾ 20 ਪੈਸੇ ਜਿਹੜੇ ਲੋਕੀ ਪੁਰਾਣੇ ਚਲਾਉਂਦੇ ਸੀਗੇ। ਇਹ ਮੋਹਰੀ ਵਾਲਾ ਪੈਸਾ ਲੋਕੀ ਚਲਾਉਂਦੇ ਸੀਗੇ, ਪਰ ਅੱਜ ਕੱਲ੍ਹ ਦੇ ਟਾਈਮ 'ਚ ਲੋਕੀ ਬੱਚਿਆਂ ਦੇ ਗਲੇ 'ਚ ਤਾਂਬੇ ਦਾ ਪੈਸਾ ਪਾਉਂਦੇ ਆ। ਇਹ ਮੇਰੇ ਕੋਲ ਜੀ 200 ਸਾਲ ਪੁਰਾਣਾ ਫਲਾਵਰ ਪੋਟ ਹੈ ਬ੍ਰਿਟਿਸ਼ ਟਾਈਮ ਦਾ। ਇਹਦਾ ਵੇਟ ਹੈ ਜੀ 5 ਕਿਲੋ। ਠੀਕ ਹੈ ਜੀ। ਇਹ ਜਿਹੜੇ ਮੇਰੇ ਕੋਲ ਸਟੈਚੂਸ ਪਏ ਹੈ ਸਾਰੇ ਇੰਗਲਿਸ਼ ਪੀਸ ਹੈ, ਬ੍ਰਿਟਿਸ਼ ਟਾਈਮ ਦੇ ਹੈ। ਹਾਰਸ ਹੋ ਗਿਆ, ਉਹ ਵਾਲਾ ਹਾਰਸ ਹੋ ਗਿਆ, ਇਹ ਸਭ ਪੁਰਾਣੇ ਹੈ ਜੀ। ਪਰ ਇਹ ਚੀਜ਼ਾਂ ਤੁਸੀਂ ਲੈ ਕੇ ਕਿੱਥੋਂ ਆਉਂਦੇ ਹੋ ਕਿ ਪੁਰਾਣੀਆਂ ਚੀਜ਼ਾਂ ਲੱਭਣੀਆਂ ਉੱਦਾਂ ਵੀ ਕਾਫੀ ਮੁਸ਼ਕਿਲ ਹੈ। ਤੁਸੀਂ ਇਹ ਚੀਜ਼ਾਂ ਲੈ ਕੇ ਕਿੱਥੋਂ ਆਉਂਦੇ ਹੋ? ਸਰ ਜਿੱਦਾਂ ਕਿ ਕੋਈ ਪੁਰਾਣੀ ਕੋਠੀ, ਕੋਈ ਬਿਲਡਿੰਗ ਢੱਠਦੀ ਹੈ, ਕਿਤੋਂ ਕੋਈ ਸਮਾਨ ਨਿਕਲਿਆ, ਉੱਥੋਂ ਸਮਾਨ ਨਿਕਲਦਾ ਹੈ। ਅਤੇ ਫਿਰ ਜਿੱਦਾਂ ਸਾਡੇ ਬੰਦੇ ਆ ਜਿਹੜੇ ਕੰਮ ਕਰਦੇ ਆ, ਉਹਨਾਂ ਦੀ ਮੀਟਿੰਗ ਹੁੰਦੀ ਹੈ, ਫਿਰ ਉਹ ਦੱਸਦੇ ਆ ਜੀ ਇੱਥੇ ਆ ਸਮਾਨ ਦੀ ਨਿਲਾਮੀ ਹੋਣੀ ਹੈ। ਅਸੀਂ ਉਸ ਨਿਲਾਮੀ 'ਤੇ ਜਾਂਦੇ ਹਾਂ, ਉੱਥੋਂ ਸਮਾਨ ਲੈ ਕੇ ਆਉਂਦੇ ਹਾਂ। ਕਈਆਂ ਦੇ ਘਰ 'ਚ ਪੁਰਾਣਾ ਸਮਾਨ ਪਿਆ ਹੁੰਦਾ, ਕਈ ਵੇਚ ਜਾਂਦੇ ਆ। ਬਾਕੀ ਇੱਥੇ ਅੱਜ ਕੱਲ੍ਹ ਕਾਲਜ ਸਕੂਲ ਦੇ ਵਿੱਚ ਸਟੂਡੈਂਟਸ ਪ੍ਰੋਜੈਕਟ ਬਣਾਉਂਦੇ ਆ, ਉਹਨਾਂ ਦੇ ਕੰਮ ਆਉਂਦੇ ਆ ਪੁਰਾਣੇ ਕੋਇਨਸ, ਉਹ ਲੈ ਕੇ ਜਾਂਦੇ ਆ, ਮੇਰੇ ਕੋਲ ਕਲੈਕਟ ਕਰਦੇ ਆ। ਅਤੇ ਕਈ ਲੋਕ ਫੋਰਨ ਤੋਂ ਆਉਂਦੇ ਆ ਜਾਂ ਕੋਈ ਇੱਥੋਂ ਇੰਡੀਆ ਤੋਂ ਵੀ, ਅਤੇ ਉਹ ਆਪਣੇ ਬੱਚਿਆਂ ਨੂੰ ਦਿਖਾਉਂਦੇ ਆ ਕਿ ਅਸੀਂ ਕਾਕਾ ਛੋਟੇ ਹੁੰਦੇ ਆ ਕੋਇਨ ਚਲਾਉਂਦੇ ਰਹੇ ਹਾਂ। ਪਰ ਇੱਕ ਚੀਜ਼ ਆ ਵੀ ਦੇਖਣ ਵਾਲੀ ਆ, ਇਹ ਸ਼ਿਵਲਿੰਗ ਕਿਹਾ ਜਾਂਦਾ ਇਹਨਾਂ ਨੂੰ। ਇਹਦਾ ਕੀ ਖਾਸੀਅਤ ਕੀ ਹੈ ਇਸ ਸ਼ਿਵਲਿੰਗ ਦੀ? ਸਰ ਇਹ ਸ਼ਿਵਲਿੰਗ ਦੀ ਖਾਸੀਅਤ ਹੈ ਜੀ, ਅੱਜ ਤੱਕ ਕਿਸੇ ਨੇ ਵੀ ਡਮਰੂ ਦੇ ਉੱਪਰ ਸ਼ਿਵਲਿੰਗ ਨਹੀਂ ਦੇਖਿਆ ਹੋਏਗਾ। ਇਹ ਡਮਰੂ ਦੇ ਉੱਪਰ ਸ਼ਿਵਲਿੰਗ ਬਣਿਆ, ਨੀਚੇ ਡਮਰੂ ਹੈ ਜੀ, ਉੱਪਰ ਸ਼ਿਵਲਿੰਗ ਮਹਾਰਾਜ ਸ਼ਿਵਜੀ ਮਹਾਰਾਜ ਬਣੇ ਹੋਏ ਆ। ਇਹ ਸਿੰਗਲ ਪੀਸ 'ਤੇ ਬਣਿਆ ਹੋਇਆ ਜੀ, ਪੂਰਾ ਰੇਅਰ ਹੈ, ਪੁਰਾਣਾ ਹੈ, ਕੋਈ ਨਵਾਂ ਨਹੀਂ ਬਣਿਆ ਹੋਇਆ। ਕਿੰਨਾ ਕੁ ਚਿਰ ਪੁਰਾਣਾ ਹੈ? ਘੱਟੋ ਘੱਟ ਸਰ ਮੇਰੇ ਹਿਸਾਬ ਨਾਲ 70 ਤੋਂ 80 ਸਾਲ ਪੁਰਾਣਾ ਹੈ। ਸਿੰਗਲ ਪੀਸ 'ਤੇ ਬਣਿਆ, ਕੋਈ ਇਹਦੇ 'ਚ ਜੁਆਇੰਟ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ। ਇਹ ਡਮਰੂ ਦੇ ਉੱਪਰ ਸ਼ਿਵਲਿੰਗ ਬਣਿਆ। ਅਤੇ ਜਿਹੜੇ ਲੋਕ ਤੁਹਾਡੇ ਕੋਲ ਲੈਣ ਆਉਂਦੇ ਹੋ, ਤੁਹਾਡੇ ਨਾਲ ਕੰਟੈਕਟ ਕਿੱਦਾਂ ਕਰਦੇ ਆ? ਸਰ ਇੱਦਾਂ ਹੈ ਕਿ ਪਹਿਲਾਂ ਵੀ ਮੇਰੀ ਨਿਊਜ਼ ਲੱਗ ਚੁੱਕੀ ਹੈ, ਪੇਪਰ 'ਚ ਪੰਜਾਬ ਕੇਸਰੀ 'ਚ ਵੀ ਲੱਗ ਚੁੱਕੀ ਹੈ, YouTube 'ਤੇ ਵੀ ਆ ਚੁੱਕੀ ਹੈ। ਅਤੇ ਲੋਕਾਂ ਨੂੰ ਪਤਾ ਹੈ ਕਿ ਜਲੰਧਰ ਦੇ ਵਿੱਚ ਜੋਤੀ ਚੌਂਕ 'ਚ ਆਪਣੀ ਦੁਕਾਨ ਲੱਗਦੀ ਹੈ ਜੀ, ਅਤੇ ਲੋਕ ਇੱਥੇ ਆਉਂਦੇ ਆ ਅਤੇ ਸਮਾਨ ਲੈ ਕੇ ਜਾਂਦੇ ਆ। ਇੱਕ ਜਿਵੇਂ ਇਹਨੂੰ ਕੀ ਕਹਿੰਦੇ ਨੇ? ਇਹਨੂੰ ਸਰ ਸ਼ੰਖ ਕਹਿੰਦੇ ਆ ਜੀ। ਇਹ ਪੁਰਾਣਾ ਸ਼ੰਖ ਹੈ, ਇਹਦੇ 'ਤੇ ਕ੍ਰਿਸ਼ਨ ਭਗਵਾਨ ਬਣੇ ਹੋਏ ਆ, ਰਾਸ ਲੀਲਾ ਕਰ ਰਹੇ ਹੈ। ਇਹ ਵੀ ਸਿੰਗਲ ਪੀਸ 'ਤੇ ਬਣਿਆ ਹੋਇਆ ਸ਼ੰਖ ਹੈ ਜੀ। ਇਹ ਘੱਟੋ ਘੱਟ ਨਹੀਂ ਤੇ 70 ਸਾਲ ਪੁਰਾਣਾ ਸ਼ੰਖ ਹੈ। ਅੱਜ ਕੱਲ੍ਹ ਦੇ ਟਾਈਮ 'ਚ ਸ਼ੰਖ ਨਹੀਂ ਬਣਦਾ। ਇਹਦੇ 'ਤੇ ਕ੍ਰਿਸ਼ਨ ਜੀ ਰਾਸ ਲੀਲਾ ਕਰ ਰਹੇ ਹੈ। ਇਹ ਸਾਰਾ ਬਣਿਆ ਹੋਇਆ ਇਹਦੇ 'ਤੇ। ਤੁਹਾਨੂੰ ਕਿਵੇਂ ਸ਼ੌਂਕ ਪਿਆ ਇਹ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਨ ਦਾ? ਸਰ ਮੇਰੇ ਸਭ ਤੋਂ ਪਹਿਲਾਂ ਨਾਨਾ ਜੀ ਕੰਮ ਕਰਦੇ ਸੀਗੇ। ਮੈਂ ਉਦੋਂ ਸਕੂਲ ਟਾਈਮ ਤੋਂ ਬਾਅਦ ਇੱਥੇ ਟਾਈਮ ਸਪੈਂਡ ਕਰਦਾ ਸੀ, ਅਤੇ ਟਾਈਮ ਸਪੈਂਡ ਕਰਨ ਤੋਂ ਬਾਅਦ ਮੈਨੂੰ ਥੋੜ੍ਹਾ ਬਹੁਤ ਇੰਟਰਸਟ ਹੋਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਮੈਂ ਫਿਰ ਸ਼ੌਪ 'ਤੇ ਥੋੜ੍ਹਾ ਹੌਲੀ ਇੰਟਰਸਟ ਹੋਇਆ, ਅਤੇ ਉਸ ਤੋਂ ਬਾਅਦ ਮੈਂ ਆਪ ਹੀ ਕੰਮ ਕਰਦਾ ਜੀ। ਅੱਜ ਕੱਲ੍ਹ ਦੇ ਨੌਜਵਾਨ ਜਿਵੇਂ ਪੁਰਾਣੇ ਸਮੇਂ ਨੂੰ ਵੀ ਭੁੱਲਦੇ ਜਾ ਰਹੇ, ਕਈਆਂ ਨੂੰ ਇਤਿਹਾਸ ਦੇ ਬਾਰੇ ਨਹੀਂ ਪਤਾ। ਤੁਸੀਂ ਇੰਨੀਆਂ ਪੁਰਾਣੀਆਂ ਚੀਜ਼ਾਂ ਸਾਂਭੀ ਬੈਠੇ ਹੋਏ ਹੋ, ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਤੁਹਾਡੇ ਕੋਲ ਹੋਰ ਕੀ ਸਮਾਨ ਹੈਗਾ ਪੁਰਾਣਾ? ਸਰ ਮੇਰੇ ਕੋਲ ਦੇਖੋ ਜੀ, ਇਹ ਪੁਰਾਣੇ ਜਿਹੜੇ ਲੋਕੀ 10 ਦੇ ਨੋਟ ਚਲਾਉਂਦੇ ਸੀਗੇ, ਅੱਜ ਕੱਲ੍ਹ ਤੇ ਨਵੇਂ 10 ਦੇ ਨੋਟ ਆ ਗਏ ਆ। ਪੁਰਾਣੇ ਮੇਰੇ ਕੋਲ 10 ਦੇ ਨੋਟ ਹੈ, 100 ਦੇ ਨੋਟ ਹੁੰਦੇ ਆ ਵੱਡੇ ਮੇਰੇ ਕੋਲ।
ਜਿਹੜੇ ਵੱਡੇ ਬ੍ਰਿਟਿਸ਼ ਟਾਈਮ ਦੇ ਆਉਂਦੇ ਸੀ 1000 ਦੇ ਨੋਟ ਹੁੰਦੇ ਆ, ਸਭ ਪੁਰਾਣੇ ਨੋਟ ਮੇਰੇ ਕੋਲ ਹੁੰਦੇ ਆ ਜੀ। ਇਹ 5 ਦੇ ਨੋਟ ਹੈ ਜੀ ਜਿਹੜੇ ਪਹਿਲਾਂ ਚੱਲਦੇ ਸੀਗੇ। ਬਾਕੀ ਲੋਕ ਤੁਹਾਡੇ ਤੱਕ ਪਹੁੰਚ ਕਿਵੇਂ ਕਰ ਸਕਦੇ ਆ? ਸਰ ਇੱਦਾਂ ਹੈ ਕਿ ਜੀ YouTube ਤੇ ਮੇਰਾ ਆਪਣਾ ਆਂਦਾ ਵਾ, ਮੇਰੇ ਉਹਦੇ ਤੇ ਲਿਖਿਓ ਤੇ 올ਡ ਕੋਇਨ ਜਲੰਧਰ ਸਿਟੀ, ਤੇ ਇੱਥੇ ਜਲੰਧਰ ਸਿਟੀ ਦੇ ਵਿੱਚ ਆਪਣਾ ਜਲੰਧਰ ਦੇ ਵਿੱਚ ਮੈਂ ਹੀ ਕੋਇਨ ਸੇਲ ਕਰਦਾ ਵਾਂ ਜੀ। ਬਾਕੀ ਸਭ ਨੂੰ ਪਤਾ ਹੈ ਕਿ ਇੱਥੇ ਕੋਇਨ ਮਿਲਦੇ ਆ ਪੁਰਾਣੇ, ਕਾਫੀ ਲੋਕ ਆਉਂਦੇ ਆ, ਫਿਰ ਅੱਗੋਂ ਦੱਸਦੇ ਆ ਆਪਣੇ ਰਿਲੇਟਿਵਸ ਨੂੰ ਕਿ ਹਾਂ ਵੀ ਜਲੰਧਰ ਦੇ ਵਿੱਚ ਕਾਫੀ ਕੋਈ ਬਾਹਰੋਂ ਆਂਦਾ, ਆਊਟ ਆਫ ਸਿਟੀ ਤੋਂ ਆਂਦਾ, ਉਹ ਵੀ ਆ ਕੇ ਦੇਖਦੇ ਆ ਤੇ ਫਿਰ ਉਹ ਘਰ ਜਾ ਕੇ ਦੱਸਦੇ ਆ, ਆਪਣੇ ਬੱਚਿਆਂ ਨੂੰ ਦਿਖਾਉਂਦੇ ਆ ਕਿ ਅਸੀਂ ਛੋਟੇ ਹੁੰਦੇ ਆ ਚੀਜ਼ ਕਰਦੇ ਰਹੇ ਆ। ਮੇਰੇ ਕੋਲ ਹੈ ਜੀ ਆਨੇ ਦਵਾਨੀਆਂ ਵੀ ਆ, ਜਿਹੜਾ ਛੋਟੇ ਹੁੰਦੇ ਹੈ ਜੀ 2 ਆਨੇ, ਕਿਉਂਕਿ ਜਦੋਂ ਵੀ ਕੋਈ ਪੇਰੈਂਟ ਆਉਂਦੇ ਆਪਣੇ ਬੱਚਿਆਂ ਨੂੰ ਦੱਸਦੇ ਆ ਕਿ ਇਹ 2 ਆਨਾ ਹੈ, ਅਸੀਂ ਜਦੋਂ ਛੋਟੇ ਹੁੰਦੇ ਸਕੂਲ ਜਾਂਦੇ ਸੀ ਤੇ ਸਾਨੂੰ ਇਹ ਮਿਲਦਾ ਸੀਗਾ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਤੇ ਬੱਚੇ 100 ਰੁਪਏ 200 ਰੁਪਏ ਵੀ ਲੈ ਕੇ ਜਾਂਦੇ, ਬਟ ਉਹ ਦੱਸਦੇ ਸੀਗੇ ਕਿ ਅਸੀਂ ਆਹ ਕੋਇਨ ਲੈ ਕੇ ਜਾਂਦੇ ਸੀਗੇ ਤਾਂ ਇਹਦੇ 'ਚੋਂ ਵੀ ਪੈਸੇ ਬਚਾ ਕੇ ਅਸੀਂ ਘਰ ਲੈ ਆਉਂਦੇ ਸੀਗੇ। ਤੇ ਆਹ ਕੀ ਚੀਜ਼ ਹੈ ਜੀ? ਇਹ ਸ਼ਰਫੀਆਂ ਹੈ ਜੀ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀਆਂ ਸ਼ਰਫੀਆਂ ਚਾਂਦੀ ਦੀਆਂ। ਇਹ ਅਕਬਰ ਦੇ ਟਾਈਮ ਦੀ ਸ਼ਰਫੀ ਹੈ, ਇਹ ਸ਼ਾਹਜਹਾਨ ਦੇ ਟਾਈਮ ਦੀਆਂ। ਆਪਣੇ ਕੋਲ ਸਾਰੀਆਂ ਸ਼ਰਫੀਆਂ ਹੁੰਦੀਆਂ ਹੈ ਜੀ। ਹੋਰ ਕੋਈ ਪੁਰਾਣੀ ਚੀਜ਼ ਤੁਹਾਡੇ ਕੋਲ ਪਈ ਹੋਵੇ? ਇਹ ਜਿਹੜੇ ਸਭ ਤੋਂ ਪਹਿਲਾਂ ਜੀ, ਹੁਣ ਤਾਂ ਚਲੋ ਕਈ ਤਰ੍ਹਾਂ ਦੇ ਕੋਇਨ ਆ ਗਏ ਇੰਡੀਆ ਦੇ ਵਿੱਚ। ਸਿਲਵਰ ਕੋਇਨ ਹੈ ਜੀ 1 ਰੁਪੀ, ਇਹ ਹੈਗਾ ਜੀ ਮੇਰੇ ਕੋਲ 1907 ਦਾ, 1907 1 ਰੁਪੀਸ ਇਨ ਇੰਡੀਆ। ਐਡਵਰਡ ਦਾ ਜੀ, ਕਿੰਗ ਆਫ ਐम्पायर ਐਡਵਰਡ ਦਾ। ਇਹਦੇ 'ਚ 3 ਤਰ੍ਹਾਂ ਦੇ ਆਉਂਦੇ ਸੀਗੇ, ਜਾਰਜ ਕਿੰਗ, ਵਿਲੀਅਮ, ਵਿਕਟੋਰੀਆ ਤੇ ਐਡਵਰਡ। ਮੇਰੇ ਕੋਲ ਹਰ ਤਰ੍ਹਾਂ ਦੇ ਕੋਇਨ ਹੁੰਦੇ ਆ ਜੀ, ਮੈਂ ਸਾਰੇ ਸੇਲ ਕਰਦਾ। ਤੇ ਹੋਰ ਤੁਹਾਡੇ ਕੋਲ? ਮੇਰੇ ਕੋਲ ਇੱਕ ਆਹ ਮੂਰਤੀ ਹੈ ਜੀ, ਇਹ ਤਾਂਬੇ ਦੀ ਮੂਰਤੀ ਹੈ ਸ਼ਿਵ ਜੀ ਦੀ। ਤਾਂਬੇ ਦੇ ਸਿੰਗਲ ਪੀਸ ਦੇ ਉੱਤੇ ਛਾਪ ਬਣਾ ਕੇ ਬਣਾਈ ਗਈ ਮੂਰਤੀ ਹੈ। ਇਹ ਵੀ ਪੁਰਾਣੀ ਹੈ, ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੋਈ ਨਹੀਂ ਬਣਾਉਂਦਾ ਇੱਦਾਂ ਦੀ ਚੀਜ਼। ਸੋ ਅਕਸਰ ਦੇਖਿਆ ਜਾਂਦਾ ਹੈ ਕਿ ਅੱਜ ਦੇ ਟਾਈਮ ਤੁਸੀਂ ਤਾਂ ਇੰਨੀਆਂ ਪੁਰਾਣੀਆਂ ਚੀਜ਼ਾਂ ਸਾਂਭ ਕੇ ਬੈਠੇ ਹੋ, ਜੀ ਸਰ। ਅੱਜ ਦੇ ਲੜਕਿਆਂ ਨੂੰ ਜਾਂ ਕਈ ਤਾਂ ਜਿਵੇਂ ਬਾਹਰ ਚਲੇ ਗਏ ਉਹਨਾਂ ਨੂੰ ਕਈ ਵੇਲੇ ਜਿੱਦਾਂ ਆਪਾਂ ਆਪਣੇ ਦਾਦੀ ਬਾਬੇ ਨਾਲ ਗੱਲ ਕਰਦੇ ਆ, ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅੱਜ ਦੇ ਟਾਈਮ 'ਚ ਤੁਸੀਂ 1000 2-2000 ਰੁਪਏ ਤਾਂ ਉੱਦਾਂ ਹੀ ਖਰਚ ਕੇ ਆ ਜਾਂਦੇ ਆ। ਅਸੀਂ ਦਵਾਨੀ ਲੈ ਕੇ ਜਾਂਦੇ ਸੀਗੇ, ਉਹਦੇ ਵਿੱਚੋਂ ਵੀ ਪੈਸੇ ਵਾਪਸ ਲੈ ਕੇ ਆਉਂਦੇ ਸੀਗੇ। ਮਤਲਬ ਕਿ ਅੱਜ ਦੇ ਬੱਚੇ ਆਪਣਾ ਮਤਲਬ ਕਿ ਇਤਿਹਾਸ ਭੁੱਲ ਚੁੱਕੇ ਆ, ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ 70% ਜਨਰੇਸ਼ਨ ਤੇ ਜਿਹੜੀ ਹੈ ਨਸ਼ਿਆਂ 'ਚ ਵੜ ਗਈ ਹੈ, ਠੀਕ ਹੈ ਜੀ। 30% ਹੈ ਉਹ ਜਿਹੜੀ ਹੈ ਕਿ ਆਪਣਾ ਇੱਥੇ ਕੰਮ ਆਪ ਨਹੀਂ ਸਕਸੈਸ ਹੈਗੇ, ਕਹਿੰਦੇ ਜੀ ਬਾਹਰ ਜਾਣਾ, ਬਾਹਰ ਚਲੇ ਜਾਂਦੇ ਆ, ਬਾਹਰ ਜਾ ਕੇ ਕਹਿ ਦਿੰਦੇ ਆ ਹਾਂ ਵੀ ਮਹੀਨਾ 2 ਮਹੀਨੇ ਦੇ ਦਿਲ ਲੱਗਾ ਠੀਕ ਹੈ, ਨਹੀਂ ਤੇ ਪੇਰੈਂਟਸ ਨੂੰ ਕਾਲ ਕਰ ਦਿੰਦੇ ਅਸੀਂ ਨਹੀਂ ਇੱਥੇ ਰਹਿਣਾ, ਵਾਪਸ ਆ ਜਾਂਦੇ। ਬਾਕੀ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਕੋਈ ਇਹਦੇ ਨਾਲ ਨਹੀਂ ਹੈ ਕਿ ਹਾਂ ਬਈ ਕੀ ਹੈ ਕੀ ਨਹੀਂ। ਜਿਹੜੇ ਪੁਰਾਣੇ ਆ ਆਪਣੇ ਪੇਰੈਂਟਸ ਨੂੰ ਦੱਸਦੇ ਆ, ਆਪਣੇ ਬੱਚਿਆਂ ਨੂੰ ਦੱਸਦੇ ਆ ਕਿ ਹਾਂ ਬਈ ਅਸੀਂ ਇਹ ਚੀਜ਼ਾਂ ਯੂਜ਼ ਕੀਤੀਆਂ, ਅਸੀਂ ਚਲਾਏ ਆ, ਸਾਨੂੰ ਛੋਟੇ ਹੁੰਦੇ ਆ ਪੈਸੇ ਆਪਾਂ ਖਰਚੇ ਆ। ਇਸ ਗਲਾਸ ਦੀ ਕੀ ਖਾਸੀਅਤ ਹੈ? ਇਹ ਸਰ ਪਿੱਤਲ ਦਾ ਗਲਾਸ ਹੈ ਜੀ। ਅੱਜ ਕੱਲ੍ਹ ਲੋਕੀ ਹੈ ਜਿੱਦਾਂ ਪੁਰਾਣੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੋਣਾ, ਆਪਣੇ ਦਾਦਾ ਜੀ ਮੇਰੇ ਜਾਂ ਨਾਨਾ ਜੀ ਸਭ ਇਸ ਗਲਾਸ ਦੇ ਵਿੱਚ ਸਵੇਰੇ ਲੱਸੀ ਜਾਂ ਦੁੱਧ ਵਗੈਰਾ ਪੀਂਦੇ ਸੀਗੇ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਤੇ ਇਹਦੇ 'ਚ ਕੋਈ ਨਹੀਂ ਪੀਂਦਾ, ਦੁੱਧ ਕੋਈ ਪੀਂਦਾ ਹੀ ਨਹੀਂ ਹੈ। ਤੇ ਆਹ ਗਲਾਸ ਹੈ ਜੀ ਆਪਣੇ ਕੋਲ ਪਿੱਤਲ ਦਾ, ਲੋਕੀ ਲੈ ਕੇ ਜਾਂਦੇ ਆ ਘਰ ਦਿਖਾਉਣ ਵਾਸਤੇ ਕਿ ਆਕਾ ਛੋਟੇ ਹੁੰਦੇ ਆਪਾਂ ਇਹ 'ਚ ਪੀਂਦੇ ਸੀਗੇ। ਇਹ ਸਰ ਮੇਰੇ ਕੋਲ ਤਾਂਬੇ ਦਾ ਜੱਗ ਹੈ ਜੀ, ਇਹ ਤਾਂਬੇ ਦਾ ਹੈ ਜੀ ਪੂਰਾ ਹੀ ਜੱਗ, 2.5 ਲੀਟਰ ਦਾ ਜੱਗ ਹੈ। ਇਹ ਵੀ ਪੁਰਾਣਾ ਬਣਿਆ ਹੋਇਆ, ਕੋਈ ਨਵਾਂ ਨਹੀਂ ਬਣਿਆ ਹੋਇਆ। ਲੋਕੀ ਪਹਿਲੇ ਟਾਈਮ ਦੇ ਵਿੱਚ ਯੂਜ਼ ਕਰਦੇ ਸੀਗੇ, ਅੱਜ ਕੱਲ੍ਹ ਤਾਂ ਇਹ ਮਿਲਦਾ ਹੀ ਨਹੀਂ ਹੈ, ਦੇਖਣ ਨੂੰ ਵੀ ਨਹੀਂ ਮਿਲਦਾ। ਜੇ ਤੁਹਾਡੇ ਕੋਲੋਂ ਕਿਸੇ ਨੇ ਲੈਣਾ ਹੋਵੇ ਕਿੰਨੀ ਕੁ ਕੀਮਤ ਹੋਏਗੀ ਇਹਦੀ? ਸਰ ਜੇ ਕੋਈ ਮੇਰੇ ਕੋਲ ਲੈਣਾ ਚਾਹੁੰਦਾ ਤਾਂ ਆਪਾਂ ਮੈਂ 2000 ਦਾ ਵੇਚਦਾ ਇਹਨੂੰ। ਸਰ ਖਾਸੀਅਤ ਇਹਦੀ ਇੱਦਾਂ ਹੈ ਜੀ, 150 ਤੋਂ 200 ਸਾਲ ਪੁਰਾਣਾ ਫਲਾਵਰ ਪੋਟ ਹੈ। ਇਹਦੇ 'ਚ ਵੀ ਕੋਈ ਜੁਆਇੰਟ ਨਹੀਂ ਹੈ, ਸਿੰਗਲ ਪੀਸ ਤੇ ਬਣਿਆ। ਜਿਹੜੀ ਇਹਦੇ ਤੇ ਕਲਾਕਾਰੀ ਹੋਈ ਪਈ ਹੈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਨਹੀਂ ਹੁੰਦੀ ਹੈ। ਜਿਹੜੇ ਇਹਦੇ ਤੇ ਸਟੈਚੂ ਕੱਲਾ ਸਟੈਚੂ ਬਣਿਆ ਹੋਇਆ, ਇਹ 5 ਕਿਲੋ ਦਾ ਵਜ਼ਨ ਹੈ ਜੀ। ਪੂਰਾ ਥੱਲੇ ਬਣਿਆ ਹੋਇਆ ਇੰਗਲਿਸ਼ ਬ੍ਰਿਟਿਸ਼ ਰਾਜ ਦਾ ਫਲਾਵਰ ਪੋਟ ਹੈ ਜੀ, ਤੇ ਮੈਂ ਇਹਨੂੰ 5000 ਰੁਪਏ ਦਾ ਸੇਲ ਕਰ ਰਿਹਾ। ਬ੍ਰਿਟਿਸ਼ ਰਾਜ ਦਾ ਇਹ ਉਹਨਾਂ ਨੇ ਡੈਕੋਰੇਸ਼ਨ ਵਾਸਤੇ ਆਪਣੇ ਮਹਿਲਾਂ ਦੇ ਵਿੱਚ ਲਾਏ ਹੋਏ ਸੀਗਾ। ਇੰਗਲਿਸ਼ ਪੀਸ ਹੈ, ਇਹਦੇ 'ਚ ਵੀ ਕੋਈ ਜੁਆਇੰਟ ਨਹੀਂ ਹੈ, ਸਿੰਗਲ ਪੀਸ ਤੇ ਹੀ ਬਣਿਆ। ਅੱਜ ਕੱਲ੍ਹ ਦੀ ਕੋਈ ਵੀ ਚੀਜ਼ ਆਪਾਂ ਪਿੱਤਲ ਦੀ ਲੈਂਦੇ ਆ ਜਾਂ ਕੋਈ ਵੀ ਲੈਂਦੇ ਆ, ਉਹਨੂੰ ਜੋੜਨ ਵਾਸਤੇ ਉਹਦੇ 'ਚ ਜੁਆਇੰਟ ਪਾਇਆ ਜਾਂਦਾ। ਇਹਦੇ 'ਚ ਕੋਈ ਵੀ ਜੁਆਇੰਟ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ, ਕਿਸੇ ਪਾਸਿਓਂ ਵੀ। ਤੁਸੀਂ ਕਾਫੀ ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ, ਇਤਿਹਾਸਿਕ ਚੀਜ਼ਾਂ ਨੇ ਜੀ। ਸੋ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੰਗਰੇਜ਼ਾਂ ਦੇ ਸਮੇਂ ਤੱਕ ਦੀਆਂ ਸਾਰੀਆਂ ਚੀਜ਼ਾਂ ਸਾਂਭੀਆਂ ਹੋਈਆਂ ਨੇ। ਤੇ ਕਦੀ ਤੁਹਾਡੇ ਘਰਦਿਆਂ ਨੇ ਇਹ ਚੀਜ਼ ਨਹੀਂ ਕਿਹਾ ਕਿ ਪੁਰਾਣੀਆਂ ਚੀਜ਼ਾਂ ਦੇ ਨਾਲ ਤੁਹਾਡਾ ਲਗਾਵ ਕਿਉਂ ਪਿਆ ਆ, ਕਿ ਛੱਡ ਰਹਿਣ ਦੇ ਇਹ ਪੁਰਾਣੀਆਂ ਚੀਜ਼ਾਂ ਨੂੰ ਸਾਂਭਣੀਆਂ, ਤੂੰ ਆਪਣਾ ਕੋਈ ਹੋਰ ਕੰਮ ਕਰ?
ਸਰ ਮੇਰਾ ਸ਼ੁਰੂ ਤੋਂ ਹੀ ਇੰਟਰਸਟ ਬਣਿਆ ਹੋਇਆ ਕਿ ਜਦੋਂ ਮੇਰੇ ਨਾਨਾ ਜੀ ਕੰਮ ਕਰਦੇ ਸੀਗੇ, ਪੁਰਾਣੀਆਂ ਚੀਜ਼ਾਂ ਘਰਦਿਆਂ ਨੇ ਚਲਾਈਆਂ ਵੀ ਕਰੰਸੀ ਰਹੀ ਹੈ। ਅੱਜ ਦੇ ਟਾਈਮ 'ਚ ਲੋਕੀ ਆ ਕੇ ਦੇਖਦੇ, ਆਪਣੇ ਬੱਚਿਆਂ ਨੂੰ ਦਿਖਾਉਂਦੇ, ਸਾਨੂੰ ਆਪ ਨੂੰ ਖੁਸ਼ੀ ਹੁੰਦੀ ਹੈ ਕਿ ਕੋਈ ਆ ਰਿਹਾ ਚੀਜ਼ ਦਿਖਾ ਰਿਹਾ ਆਪਣੇ ਬੱਚਿਆਂ ਨੂੰ, ਉਲਟਾ ਸਾਨੂੰ ਵੀ ਦੱਸਦੇ ਆ ਕਿ ਕਾਕਾ ਅਸੀਂ ਇਹ ਚੀਜ਼ ਚਲਾਈ ਹੋਈ ਹੈ, ਇੰਨੇ ਦੀ ਖਰਚਦੇ ਸੀ। ਇਹ ਦੇਖੋ ਜੀ, ਇਹ ਮੇਰੇ ਕੋਲ ਦਸੀਆਂ ਪੰਜੀਆਂ, ਲੋਕੀ ਇਹ ਵੀ ਲੈ ਕੇ ਜਾਂਦੇ ਆ। ਇਹ ਵੀ ਦੱਸਦੇ ਸੀਗੇ ਕਿ ਅਸੀਂ ਦੱਸੀ ਲੈ ਕੇ ਜਾਂਦੇ ਸੀ ਸਕੂਲ, ਤੇ ਦੱਸੀ 10 ਪੈਸੇ ਲੈ ਕੇ ਜਾਂਦੇ ਸੀ ਮੇਲੇ ਤੇ ਘੁੰਮਣ ਬਾਜ਼ਾਰ, ਇਹਦੇ ਨਾਲ ਹੀ ਸਾਰਾ ਮੇਲਾ ਘੁੰਮ ਕੇ ਆਉਂਦੇ ਸੀਗੇ। ਤੇ ਇੱਕ ਆਹ ਜਿਹੜੀਆਂ ਸ਼ਰਫੀਆਂ ਪਈਆਂ ਨੇ, ਇਹ ਸਰ ਅਕਬਰ ਦੇ ਟਾਈਮ ਦੀਆਂ ਸ਼ਰਫੀਆਂ ਜੀ ਮੇਰੇ ਕੋਲ। ਇਹ 7 ਧਾਤੂ ਹੈ, ਇਹ ਤਾਂਬਾ ਪਿੱਤਲ ਮਿਕਸ 7 ਧਾਤੂ ਸ਼ਰਫੀਆਂ ਜੀ ਹੈ। ਇਹ ਮੈਂ 200 ਰੁਪਏ ਦੀ ਇੱਕ ਸ਼ਰਫੀ ਵੇਚਦਾ। ਤੇ ਹੋਰ ਥੋੜਾ ਜਿਹਾ ਐਕਸਪਲੇਨ ਕਰੋ ਇੱਥੇ ਜੋ ਚੀਜ਼ਾਂ ਤੁਹਾਡੇ ਕੋਲ। ਸਰ ਜਾਰਜ ਕਿੰਗ ਦਾ UK ਈਸਟ ਇੰਡੀਆ ਕੰਪਨੀ ਦਾ 1 ਆਨਾ ਹੈ ਜੀ, ਸਨ 1818 ਦਾ। ਜਦੋਂ ਬ੍ਰਿਟਿਸ਼ ਰਾਜ ਇੱਥੇ ਚੱਲਦਾ ਸੀਗਾ, ਉਦੋਂ ਈਸਟ ਇੰਡੀਆ ਕੰਪਨੀ ਆਪਣੇ ਇੰਡੀਆ ਦੇ ਵਿੱਚ ਸੀਗੀ, ਉਦੋਂ ਦਾ ਇਹ ਕੋਇਨ ਹੈ ਜੀ, ਸਨ 1818 ਦਾ। ਇਹ ਅਕਬਰ ਦੇ ਟਾਈਮ ਦੀਆਂ ਸ਼ਰਫੀਆਂ ਹੈ ਜੀ। ਕਈ ਪੁਰਾਣੇ ਬਜ਼ੁਰਗ ਆਉਂਦੇ ਆ, ਮੈਨੂੰ ਤਾਂ ਉਰਦੂ ਨਹੀਂ ਆਉਂਦੀ, ਕਈਆਂ ਨੂੰ ਉਰਦੂ ਪੜ੍ਹਨੀ ਆਉਂਦੀ ਹੈ, ਤਾਂ ਉਹ ਲਿਖ ਕੇ ਦੱਸਦੇ ਆ ਕਿ ਇਹਦੇ 'ਤੇ ਆਹ ਲਿਖਿਆ ਕਿ ਇੱਕ ਸ਼ਰਫੀ ਜਦੋਂ ਅਸੀਂ ਕੰਮ ਕਰਦੇ ਸੀ, ਤੇ ਇੱਕ ਸ਼ਰਫੀ ਦੇ ਨਾਲ ਸਾਨੂੰ 10 ਬੋਰੀਆਂ ਕਣਕ ਮਿਲਦੀ ਸੀ। ਇਹ ਸਰ ਇਹ ਗਣੇਸ਼ ਹੈ ਜੀ, ਇਹ ਵੀ ਕਾਪਰ ਦਾ ਵਾ। ਇਹ ਝੂਲੇ ਤੇ ਕੁਰਸੀ ਤੇ ਬੈਠੇ ਹੋਏ ਆ, ਤਾਂ ਆਪਣਾ ਕਿਤਾਬ ਪੜ੍ਹ ਰਹੇ ਆ। ਆਪਣੇ ਕੋਲ ਮਤਲਬ ਹੋਰ ਕਾफ़ी ਸਮਾਨ ਆਉਂਦਾ ਜਾਂਦਾ ਰਹਿੰਦਾ ਜੀ, ਪੁਰਾਣੇ ਨੋਟ, ਪੁਰਾਣੀ ਕਰੰਸੀ। ਹੋਰ ਕੋਈ ਕਸਟਮਰ ਦੀ ਡਿਮਾਂਡ ਹੋਵੇ ਤਾਂ ਆਪਾਂ ਉਹ ਵੀ ਪੂਰੀ ਕਰੀਦੀ ਹੈ, ਕਿ ਕਸਟਮਰ ਕਹੇ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ ਇਸ ਸੰਨ ਦੀ, ਤੇ ਆਪਾਂ ਉਹਨੂੰ ਉਹ ਵੀ ਕਰਵਾ ਕੇ ਦੇਈਦੀ ਹੈ ਅਰੇਂਜ। ਜੇ ਕਸਟਮਰ ਨੇ ਕੰਟੈਕਟ ਤੁਹਾਡੇ ਨਾਲ ਕਰਨਾ ਹੋਵੇ, ਕੋਈ ਆਪਣਾ ਕੰਟੈਕਟ ਨੰਬਰ? ਸਰ ਮੈਂ ਜਲੰਧਰ ਸਿਟੀ ਜੋਤੀ ਚੌਂਕ ਦੇ ਵਿੱਚ ਆਪਣੀ ਦੁਕਾਨ ਹੈ ਜੀ। ਮੇਰਾ ਨਾਮ ਬਲਰਾਮ ਬਾਂਬਾ ਹੈ ਜੀ। ਮੇਰਾ ਮੋਬਾਈਲ ਨੰਬਰ 9780213014 9780213014। ਮੈਨੂੰ ਜਦੋਂ ਮਰਜ਼ੀ ਐਨੀ ਟਾਈਮ ਕੰਟੈਕਟ ਕਰਕੇ ਕਸਟਮਰ ਦੀ ਕੋਈ ਵੀ ਨੀਡ ਹੋਵੇ, ਕੋਈ ਵੀ ਡਿਮਾਂਡ ਹੋਵੇ, ਆਪਾਂ ਪੂਰੀ ਕਰਕੇ ਦੇਵਾਂਗੇ। ਸੋ ਬਿਲਕੁਲ ਅਸੀਂ ਤੁਹਾਨੂੰ ਮਿਲਵਾਇਆ ਜੋ ਇਤਿਹਾਸਿਕ ਚੀਜ਼ਾਂ ਨੂੰ, ਆਪਣੀ ਹੋਂਦ ਨੂੰ ਸਾਂਭੀ ਬੈਠੇ ਹੋ ਬਲਰਾਮ ਬਾਬਾ ਜੀ ਨਾਲ, ਜਿਨ੍ਹਾਂ ਨੇ ਕਿ ਪੁਰਾਣੀ ਅੰਗਰੇਜ਼ਾਂ ਦੇ ਸਮੇਂ ਦੀਆਂ ਸ਼ਰਫੀਆਂ ਤੱਕ ਇੱਥੇ ਸਾਂਭ ਕੇ ਰੱਖੀਆਂ ਹੋਈਆਂ ਨੇ। ਸੋ ਕਈਆਂ ਅੱਜ ਦੇ ਦੌਰ ਦੇ ਬੱਚਿਆਂ ਨੂੰ ਤਾਂ ਇਤਿਹਾਸ ਦੇ ਬਾਰੇ ਪਤਾ ਨਹੀਂ, ਪਰ ਇਹ ਇਤਿਹਾਸਿਕ ਚੀਜ਼ਾਂ ਜੋ ਜਲੰਧਰ ਦੇ ਵਿੱਚ ਸਾਂਭੀ ਬੈਠਾ ਆ ਬਲਰਾਮ, ਜੋ ਜਲੰਧਰ ਦੇ ਭਗਵਾਨ ਵਾਲਮੀਕੀ ਚੌਂਕ ਦੇ ਕੋਲ ਰੋਇਲ ਢਾਬੇ ਦੇ ਬਿਲਕੁਲ ਓਪੋਜ਼ਿਟ ਹੈ। ਜੇ ਕਿਸੇ ਨੇ ਕੋਈ ਵੀ ਪੁਰਾਣੀ ਚੀਜ਼ ਲੈਣੀ ਹੋਵੇ, ਸੋ ਇਹਨਾਂ ਨੇ ਆਪਣਾ ਨੰਬਰ ਵੀ ਦੇ ਦਿੱਤਾ, ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਨੇ। ਜਲੰਧਰ ਤੋਂ ਕੈਮਰਾਮੈਨ ਸਾਜਨ ਦੇ ਨਾਲ ਰਵੀ ਗਿੱਲ ਦੀ ਰਿਪੋਰਟ। ਹੁਣ ਵਿਦੇਸ਼ ਜਾਣ ਦਾ ਸੁਪਨਾ ਦੇਖਣ ਵਾਲਿਆਂ ਲਈ ਐਬਸੋਲੂਟ ਓਵਰਸੀਜ਼ ਨੇ ਖੋਲੇ ਦਰਵਾਜ਼ੇ। ਕੀਤਾ ਵੱਡਾ ਐਲਾਨ, ਕਹਿੰਦੇ 80% ਨੰਬਰਾਂ ਵਾਲੇ ਸਟੂਡੈਂਟਸ ਕੋਲੋਂ ਨਹੀਂ ਲਿਆ ਜਾਵੇਗਾ 1 ਵੀ ਰੁਪਇਆ। ਵੀਜ਼ਾ ਦੇਵਾਂਗੇ 100% ਫ੍ਰੀ। ਇੱਕੋ ਛੱਤ ਥੱਲੇ ਕਰੋ ਆਇਲਸ ਅਤੇ ਲਗਵਾਓ ਵੀਜ਼ਾ। ਐਬਸੋਲੂਟ ਓਵਰਸੀਜ਼ ਵਾਲੇ ਪੰਜਾਬ ਵਿੱਚ ਪਹਿਲੇ ਜਿਹੇ ਕੰਸਲਟੈਂਟ ਜੋ ਛਾਤੀ ਠੋਕ ਕਰ ਰਹੇ ਚੈਲੰਜ। ਜੇਕਰ ਤੁਸੀਂ ਏਜੰਟਾਂ ਦੇ ਚੱਕਰ ਕੱਟ ਪੈਸੇ ਖਰਾਬ ਕਰ ਚੁੱਕੇ ਹੋ, ਤਾਂ ਐਬਸੋਲੂਟ ਓਵਰਸੀਜ਼ SCO 4 ਹਾਂਡਾ ਸਿਟੀ ਸੈਂਟਰ ਆਪੋਜ਼ਿਟ ਬੱਸ ਸਟੈਂਡ ਫਗਵਾੜਾ ਪਹੁੰਚੋ, ਕਿਉਂਕਿ ਇਹਨਾਂ ਦਾ ਇੱਕੋ ਇੱਕ ਅਸੂਲ, ਪਹਿਲਾਂ ਵੀਜ਼ਾ ਤੇ ਫਿਰ ਪੈਸੇ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ 98881 98882 99887 24546 79997 00001।